ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੇ ਪਾਵੇ ਮੁਖ ਦਵਾਰ, ਮੰਨੇ ਪਰਵਾਰੇ ਸਧਾਰ। ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੇ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਚੱਲ ਰਹੀ ਜਪਜੀ ਸਾਹਿਬ ਦੀ ਕਥਾ, ਜਿਹੜੀ 15ਵੀਂ ਪੌੜੀ ਦੀ ਮੰਨੇ ਪਾਵੇ ਮੋਖ ਦਵਾਰ, ਇਸ ਪੰਕਤੀ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਆਪਾਂ ਅਗਲੀ ਪੌੜੀ, ਆਪਣੀ ਅਗਲੀ ਤੁਕ ਦੀ ਵਿਆਖਿਆ ਕਰਨੀ ਆ। ਜਪਜੀ ਸਾਹਿਬ ਦੀ ਜਿਹੜੀ 38 ਪੌੜੀਆਂ ਨੇ, ਉਹਨਾਂ ਵਿੱਚ 3 ਪੌੜੀਆਂ ਜਿਹੜੀਆਂ ਉਹ ਰੱਬੀ ਹੁਕਮ 'ਤੇ ਲਿਖੀਆਂ ਗਈਆਂ ਨੇ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਏ, ਹੁਕਮੇ ਅੰਦਰ ਸਭ ਕੋ। ਇਹ ਪਹਿਲੀਆਂ 3 ਨੇ। ਜਿਹੜੀ ਚੌਥੀ ਪੌੜੀ ਆ, ਸਾਚਾ ਸਾਹਿਬ ਸਾਚ ਨਾ ਭਾਖਿਆ ਭਉ ਅਪਾਰ, ਉਹਦੀ ਪ੍ਰਾਪਤੀ ਦਾ ਤਰੀਕਾ ਦੱਸਿਆ ਕਿ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। 5ਵੀਂ ਤੇ 6ਵੀਂ ਪੌੜੀ ਜਿਹੜੀ ਜਪਜੀ ਸਾਹਿਬ ਦੀ ਆ, ਇਹ ਥਾਪਿਆ ਨਾ ਜਾਏ ਤੇ ਤੀਰਥ ਨਾਵਾਂ। ਇਹ ਜਿਹੜੀਆਂ 2 ਪੌੜੀਆਂ ਨੇ ਨਾ, 5ਵੀਂ ਥਾਪਿਆ ਨਾ ਜਾਏ ਤੇ 6ਵੀਂ ਤੀਰਥ ਨਾਵਾਂ, ਇਹ ਗੁਰੂ ਦੀ ਵਿਆਖਿਆ ਕਰਦੀਆਂ ਨੇ। ਗੁਰੂ ਕਿਸ ਨੂੰ ਕਹਿੰਦੇ ਨੇ, ਗੁਰੂ ਕੌਣ ਹੁੰਦਾ ਹੈ। ਗੁਰੂ ਨਾਨਕ ਕਹਿੰਦੇ ਉਹ ਥਾਪਿਆ ਨਹੀਂ ਜਾ ਸਕਦਾ, ਉਹ ਸਭਨਾ ਜੀਆਂ ਦਾ ਇੱਕ ਦਾਤਾ ਵਾ। ਤੁਸੀਂ ਮੰਨਦੇ ਹੋ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਮੰਨੋ। ਅਸੀਂ ਨਹੀਂ ਮੰਨਦੇ, ਅਸੀਂ ਉਸ ਨੂੰ ਮੰਨਦੇ ਹਾਂ ਜੋ ਆਦਿ ਵਾ। ਇਹ 5ਵੀਂ ਤੇ 6ਵੀਂ ਪੌੜੀ ਦੇ ਅੰਦਰ ਥਾਪਿਆ ਨਾ ਜਾਏ ਤੇ 6ਵੀਂ ਪੌੜੀ ਆ ਤੀਰਥ ਨਾਵਾਂ। ਅਗਲੀ ਜਿਹੜੀ 7ਵੀਂ ਪੌੜੀ ਆ, ਉਹ ਜੋਗੀਆਂ ਨੇ ਆਖਿਆ ਕਿ ਤੁਸੀਂ ਜੋਗ ਮਤ ਧਾਰਨ ਕਰੋ ਤੇ ਅਸੀਂ ਜੋਗਿੰਦਰਾ ਬਣਾ ਦਿਆਂਗੇ ਤੁਹਾਨੂੰ। ਦਰਸ਼ਨ ਪੇਖ ਕਰੋ ਜੋਗਿੰਦਰਾ। ਸਾਹਿਬ ਕਹਿੰਦੇ ਫਿਰ ਕੀ ਹੋਊਗਾ, ਜੋਗਿੰਦਰਾ ਹੋਣਾ ਕੀ ਹੋਣਾ ਹੈ। ਕਹਿੰਦੇ ਅਸੀਂ ਤੁਹਾਡੀ ਉਮਰ ਵਡੇਰੀ ਕਰ ਦਿਆਂਗੇ, ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਦਿਆਂਗੇ। ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾਂ ਹੋਰ ਦਸੋਣੀ ਹੋਏ, ਇਸ ਤਰ੍ਹਾਂ ਕੀ ਹੋਣਾ ਹੈ। ਵੱਡੀ ਆਰਜਾ ਫਿਰ ਜਨਮੇ ਹਰਸੋਂ ਸੰਗ ਨ ਗਿਆ। ਵੱਡੀ ਉਮਰ ਕਰਨ ਦੇ ਨਾਲ ਕੋਈ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਸੱਚ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚ ਦੀ ਪ੍ਰਾਪਤੀ ਕੇਵਲ ਗੁਰੂ ਦੇ ਸ਼ਰਨ ਪਿਆ ਹੀ ਪ੍ਰਾਪਤ ਹੁੰਦੀ ਹੈ। ਜੇ ਜੁਗ ਚਾਰੇ ਆਰਜਾਂ, ਇਹ 7ਵੀਂ ਪੌੜੀ ਸੀ। ਇਹਦੀ ਵੀ ਆਪਾਂ ਵਿਆਖਿਆ ਬੜੀ ਲੰਮੀ ਚੌੜੀ ਕਰ ਚੁੱਕੇ ਹਾਂ। ਅਗਲੀ ਸੀ 8ਵੀਂ, 9ਵੀਂ, 10ਵੀਂ ਤੇ 11ਵੀਂ। ਇਹ 4 ਪੌੜੀਆਂ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਕਿ ਜਿਹੜੇ ਰੱਬ ਦਾ ਨਾਂ ਸੁਣਦੇ ਨੇ, ਭਗਤ ਹੁੰਦੇ ਨੇ, ਤੇ ਉਹਨਾਂ ਦੇ ਕੋਲ ਦੁੱਖ ਨਹੀਂ ਹੁੰਦਾ, ਉਹਨਾਂ ਕੋਲ ਆਨੰਦ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ। ਇਹ 4 ਪੌੜੀਆਂ ਸਨ। ਅਗਲੀਆਂ ਫਿਰ 4 ਪੌੜੀਆਂ ਜਿਹੜੀਆਂ ਮੰਨੇ ਕੀ ਗਤ ਕਹੀ ਨ ਜਾਏ। ਪਹਿਲੀ ਪੌੜੀ ਮੰਨੇ ਸੁਰਤ ਹੋਏ ਮਨ ਬੁੱਧ। ਤੀਸਰੀ ਮੰਨੇ ਠਾਕ ਮਾਰਗ ਠਾਕ ਨਾ ਪਾਏ। ਤੇ ਚੌਥੀ ਪੌੜੀ ਸੀ ਕਿ ਮੰਨੇ ਪਾਵੇ ਮੋਖ ਦਵਾਰ। ਇਹ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ। ਇਹ 4 ਪੌੜੀਆਂ ਪਰਮੇਸ਼ਰ ਦੇ ਨਾਮ ਦੇ ਉੱਤੇ ਨੇ। ਜਿਹੜੇ ਮੰਨਦੇ ਨੇ, ਪਹਿਲਾਂ ਸੁਣਦੇ ਨੇ, ਉਹਨਾਂ 'ਤੇ 4 ਨੇ। ਫਿਰ ਜਿਹੜੇ ਮੰਨਦੇ ਨੇ, ਉਹਨਾਂ 'ਤੇ ਵੀ 4 ਪੌੜੀਆਂ ਲਿਖੀਆਂ ਨੇ।
फिर अगली 16वीं 17वीं 18वीं ते 19वीं, ये 4 पौड़ियाँ ने कि कुदरत कवण कहाँ विचार। मैं कुदरत ਨੂੰ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ। ਇਹ 4 ਪੌੜੀਆਂ ਕੁਦਰਤ ਦੇ ਉੱਤੇ ਨੇ। ਜਿਨ੍ਹਾਂ ਸੁਣਿਆ ਮੰਨਿਆ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਹੋ ਗਏ ਨੇ। ਪੰਚੇ ਪਾਵੇ ਦਰਗਾਹ ਮਾਨ, ਇਹ ਪੰਚੇ ਪਾਵੇ ਦਰਗਾਹ, ਇਹਨੂੰ ਕੋਈ ਦਰਗਾਹ ਕਹਿੰਦੇ ਨੇ, ਕੋਈ ਦਰਗੇ ਕਹਿੰਦਾ, ਪਰ ਅਸਲ ਜਿਹੜਾ ਵੇ ਦੱਦਾ ਰਾਰਾ ਤੇ ਗੱਗਾ ਦਰਗਾਹ, ਹਾਹਾ ਵਾ ਦਰਗਾਹ ਮਾਨ। ਜਿੱਦਾਂ ਦਾ ਨਹੀਂ 12 ਅਸੀਂ ਉਹਨੂੰ 12 ਮਾਝ ਮਹੱਲਾ ਪੰਜਵਾਂ ਪੜ੍ਹਦੇ 12। ਇਹ 12 ਸ਼ਬਦ ਹੁਣ ਬੋਲਿਆ ਜਾਂਦਾ, ਉਸ ਸਮੇਂ 12 ਨਹੀਂ ਸੀ ਬੋਲਿਆ ਜਾਂਦਾ। 12 ਜਿੱਦਾਂ 18 ਉਦੋਂ 12 ਨਹੀਂ ਸੀ ਬੋਲਿਆ ਜਾਂਦਾ। ਉਦੋਂ ਬੋਲਿਆ ਸੀ 12 18 ਸਹਿਸ 18 12 ਮਹੱਲਾ ਪੰਜਵਾਂ। ਜਿਨ੍ਹਾਂ ਨੇ ਸੁਣਿਆ ਮੰਨਿਆ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਮਾਣ ਤੇ ਪ੍ਰਾਪਤ ਹੋ ਗਿਆ। ਤੇ ਇਹ ਨਹੀਂ ਕਿ ਉਹ ਰੱਬ ਦਾ ਅੰਤ ਪਾ ਗਏ ਨੇ। ਕੁਦਰਤ ਕਵਣ ਕਹਾਂ ਵਿਚਾਰ, ਇਹ 4 ਪੌੜੀਆਂ ਕੁਦਰਤ ਦੇ ਉੱਤੇ ਨੇ ਵੀ ਕੋਈ ਵੀ ਵਿਅਕਤੀ ਉਹਦੇ 'ਚ ਸਮਾ ਤੇ ਸਕਦਾ, ਉਹਦਾ ਅੰਤ ਨਹੀਂ ਪਾ ਸਕਦਾ। ਉਹਦੀ ਰਚੀ ਹੋਈ ਰਚਨਾ ਦਾ ਨਹੀਂ ਅੰਤ ਪਾਇਆ ਜਾ ਸਕਦਾ। ਬੇਅੰਤ ਉਹਦੀ ਰਚਨਾ ਹੈ। ਇਹ 4 ਪੌੜੀਆਂ ਸੀ 16ਵੀਂ 17ਵੀਂ 18ਵੀਂ ਤੇ 19ਵੀਂ। ਕੁਦਰਤ ਕਵਣ ਕਹਾਂ ਵਿਚਾਰ। ਅਗਲੀ ਜਿਹੜੀ 20ਵੀਂ ਪੌੜੀ ਆ ਉਹ ਆਪੇ ਬੀਜ ਆਪੇ ਹੀ ਖਾਓ ਤੇ ਆ। ਤੇ 21ਵੀਂ ਪੌੜੀ ਆ ਇੱਕ ਦੂ ਇੱਕ ਸਿਆਣਾ। ਜਿੱਥੇ 21ਵੀਂ ਪੌੜੀ 'ਚ ਕਿਹਾ ਗਿਆ ਕਿ ਇੱਕ ਦੂ ਇੱਕ ਸਿਆਣਾ, ਤੇ ਉਹ ਸਿਆਣਪ ਕਿੱਥੇ ਵਰਤ ਰਹੇ ਨੇ ਬੰਦੇ, ਉਹ ਅਗਲੀ ਪੌੜੀ 'ਚ 22ਵੀਂ 'ਚ ਲਿਖਿਆ ਕਿ ਪਾਤਾਲਾਂ ਪਤਾਲ ਲੱਖ ਅਗਾਸਾਂ ਗਾਸ, ਨਾਨਕ ਵੱਡਾ ਆਖੀਏ। ਬਸ ਇੰਨਾ ਹੀ ਕਹਿ ਦਿਓ ਕਿ ਵੱਡਾ ਵਾ, ਹੋਰ ਨਾ ਕੁਛ ਕਹੋ ਜੀ। ਜੇ ਕਹੋਗੇ ਤਾਂ ਫਿਰ ਸਿਰ ਭਾਰ ਹੋਏ, ਸਿਰ 'ਤੇ ਭਾਰ ਹੀ ਬੁੱਝਣ ਚੁੱਕਣਾ ਹੈ। ਉਹ ਜਾਣੇ ਜੇਤੀਆਂ ਮੂੰਹ ਖਾਏ, ਫਿਰ ਮੂਰਖਤਾ ਦਾ ਦਰਜਾ ਮਿਲੇਗਾ ਤੇ ਮੂੰਹ 'ਤੇ ਪੈਣਗੀਆਂ ਵੀ ਸਾਹਿਬ ਕਹਿੰਦੇ। ਆਓ ਜਿਹੜੀ ਆਪਾਂ ਅੱਜ ਤੁਕ ਲੈਣੀ ਆ ਕਿ ਮੰਨੇ ਪਰਵਾਰੇ ਸਾਧਾਰ, ਕਿ ਜਦੋਂ ਬੰਦੇ ਦਾ ਮਨ ਮੰਨ ਜਾਂਦਾ ਹੈ ਤੇ ਹੁੰਦਾ ਕੀ ਆ, ਪਹਿਲਾਂ ਤੇ ਮੰਨੇ ਪਾਵੇ ਮੋਖ ਦਵਾਰ ਪਹਿਲੀ ਲੈਣ ਵਿੱਚ। ਦੂਸਰੀ ਪੰਗਤ 'ਚ ਲਿਖਿਆ ਕਿ ਮੰਨੇ ਪਰਵਾਰੇ ਸਾਧਾਰ। ਅਗਰ ਰੱਬ ਦੇ ਨਾਮ ਨੂੰ ਮੰਨਿਆ ਜਾਵੇ, ਅਗਰ ਮੰਨ ਲਿਆ ਜਾਵੇ, ਜਾਂ ਰੱਬ ਦੇ ਨਾਮ ਉੱਤੇ ਮਨ ਸਾਡਾ ਮੰਨ ਜਾਵੇ, ਅਗਰ ਪਰਵਾਰੇ ਸਾਧਾਰ, ਕਿ ਨਾਮ ਦੀ ਇੰਨੀ ਮਹਿਮਾ ਵਾ। ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਸੁਪਨੇ ਹੂੰ ਬਰੜਾਏ ਕੇ ਜੇ ਮੁਖ ਨਿਕਸੇ ਰਾਮ। ਕਦੀ ਸੁਪਨੇ ਵਿੱਚ ਵੀ ਕਿਤੇ ਇਕਾਗਰ ਚਿੱਤਤਾ ਦੇ ਨਾਲ ਰਾਮ ਨਿਕਲ ਗਿਆ। ਤੇ ਕਬੀਰ ਸਾਹਿਬ ਕਹਿੰਦੇ ਸੁਪਨੇ ਹੂੰ ਬਰੜਾਏ ਕੇ ਜੇ ਮੁਖ ਨਿਕਸੇ ਰਾਮ, ਤਾਂ ਕਿ ਪੱਗ ਕੀ ਪਾਹਣੀ ਮੇਰੇ ਤਨ ਕੋ ਚਾਮ। ਮੈਂ ਕਬੀਰ ਸਾਹਿਬ ਕਹਿੰਦੇ ਆਪਣੇ ਚਮੜੇ ਦੀ ਜੁੱਤੀ ਬਣਾ ਕੇ ਉਹਦੇ ਵਿਅਕਤੀ ਦੇ ਪੈਰਾਂ 'ਚ ਪਾਉਣੀ ਚਾਹੁੰਦਾ ਵਾਂ, ਜਿਹੜਾ ਕਿਤੇ ਸੁਪਨੇ ਵਿੱਚ ਵੀ ਰਾਮ ਕਹਿ ਦਿੰਦਾ ਹੈ। ਐਡੀ ਮਹਿਮਾ ਕਬੀਰ ਸਾਹਿਬ ਨੇ ਲਿਖੀ ਆ। ਕਬੀਰ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਭਗਤ ਜੀ ਕਹਿੰਦੇ ਨੇ ਕਿ ਧਨ ਸੋ ਗਾਓ ਧਨ ਸੁਠਾਓ
ਉਹ ਪਿੰਡ ਧਨ ਵਾ, ਉਹ ਧਨ ਸੋ ਗਾਓ, ਧਨ ਸੋ ਠਾਓ, ਧਨ ਪਵੇ ਕੁਟੰਬ ਪਨੀਤ ਸਭ ਲੋਏ। ਜਿਨ ਪੀਆ ਸਾਰਸ ਤਜੇ ਅਨਰਸ, ਹੋਏ ਮਗਨ ਡਾਰੇ ਰਸ ਖੋਏ। ਉਹ ਜਗ੍ਹਾ ਧਨ ਵਾ ਜਿੱਥੇ ਰਾਮ ਰਾਮ ਜਪਿਆ ਜਾਂਦਾ, ਉਹ ਪਿੰਡ ਧਨ ਵਾ, ਉਹ ਕੁਲ ਧਨ ਵਾ, ਧਨ ਸੋ ਕੁਲ ਠਾਓ, ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਤੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਹਿੰਦੇ ਕਬੀਰ ਸਾਹਿਬ ਕਹਿੰਦੇ ਦੇਹੀ ਕਿਸ ਕੀ ਬਾਪਰੀ, ਇਹ ਇਕੱਲੇ ਸਰੀਰ ਦਾ ਕੀ ਕਰਨਾ ਜਿੱਥੇ ਰਾਮ ਰਾਮ ਆਣ ਕੇ ਟਿਕ ਗਏ। ਇਹਦੀ ਇਕੱਲੇ ਸਰੀਰ ਦੀ ਬਾਤ ਨਹੀਂ ਹੈ। ਦੇਹੀ ਕਿਸ ਕੀ ਬਾਪਰੀ, ਇਹ ਵਿਚਾਰੀ ਦੇਹੀ ਦਾ ਕੀ ਆ। ਪਵਿੱਤਰ ਹੋਏ ਗੋ ਗ੍ਰਾਮ, ਉਹ ਪਿੰਡ ਹੀ ਪਵਿੱਤਰ ਹੋ ਜਾਂਦਾ ਜਿੱਥੇ ਰੱਬ ਦਾ ਨਾਮ ਜਪਣ ਵਾਲਾ ਕੋਈ ਬੈਠਾ ਹੁੰਦਾ ਹੈ। ਕੀ ਇਹ ਗੱਲ ਮੰਨਣ ਯੋਗ ਹੈਗੀ ਆ? ਪਰ ਇਹ ਹੈ ਕਿ ਕੋਈ ਪੂਰਨ ਬ੍ਰਹਮ ਗਿਆਨੀ ਸੰਤ ਹੋਏ ਤੇ ਉਹਦਾ ਪ੍ਰਭਾਵ ਪੈ ਸਕਦਾ ਹੈ। ਰਾਮ ਰਾਮ ਜਪਣ ਵਾਲੇ ਤੇ ਮੇਰੇ ਅੱਗੇ ਬੜੇ ਬੈਠੇ ਹੋਏ ਨੇ ਧਰਤੀ ਉੱਤੇ। ਇੱਕ ਤੇ ਆ ਜਿੱਦਾਂ ਨਾ ਹਰ ਜਨ ਪਰਿਵਾਰ ਸੁਧਾਰ ਹੈ, ਇੱਕੀ ਕੁੱਲੀ ਜਗਤ ਤਰਾਇਆ। ਜਿੱਥੇ ਉਹਦਾ ਆਪਣਾ ਭਲਾ ਹੋਣਾ, ਉਹਦਾ ਪਰਿਵਾਰ ਦਾ ਭਲਾ ਹੋਣਾ, ਉਹਦੀਆਂ 21 ਕੁੱਲਾਂ ਤੱਕ ਇਹ ਨਾਮ ਦਾ ਪ੍ਰਭਾਵ ਚੱਲਣਾ ਹੈ। ਹਰ ਜਨ ਪਰਿਵਾਰ ਸੁਧਾਰ ਹੈ, 21 ਕੁੱਲੀ ਜਗਤ ਤਰਾਇਆ। ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ ਕਿ ਹਰ ਇੱਕ ਹੱਥ ਆਇਆ ਵਰਸਾਣੇ ਬਹੁ ਤੇਰੇ। ਇਹ ਰਾਮ ਪਰਮੇਸ਼ਰ ਦੇ ਰਾਮ ਦਾ ਜਿਹੜਾ ਕੀਮਤੀ ਲਾਲ ਵਾ, ਇਹ ਸਾਰਿਆਂ ਨੂੰ ਨਹੀਂ ਮਿਲਦਾ। ਇਹ ਕਿਸੇ ਵਿਰਲੇ ਨੂੰ ਮਿਲਦਾ, ਤੇ ਜਿਹਨੂੰ ਮਿਲ ਜਾਂਦਾ ਉਹ ਬੜਿਆਂ ਦਾ ਭਲਾ ਕਰ ਜਾਂਦਾ ਵਾ। ਅੱਜ ਦਾ ਜਿਹੜਾ ਦਰਬਾਰ ਸਾਹਿਬ ਦਾ ਹੁਕਮਨਾਮਾ ਸੀ ਨਾ, ਉਹ ਵੀ ਸੀ ਇਹਦੇ ਉੱਤੇ ਹੀ ਸੀ, ਨਾਮ ਦੇ ਉੱਤੇ, ਕਿ ਨਾਮ ਦੀ ਕਿੰਨੀ ਕੁ ਮਹਿਮਾ। ਬੁੱਧ ਸਿੱਧ ਰਿੱਧ ਗਿਆਨ ਤਪ ਪੂਜਾ ਸਭ ਨਾਮ ਦੇ ਵਿੱਚ ਹੀ ਆ ਜਾਂਦੀਆਂ ਨੇ। ਤਾਂ ਮਹਾਰਾਜ ਕਹਿੰਦੇ ਆ ਕਿ ਹਰ ਜਨ ਪਰਿਵਾਰ ਸੁਧਾਰ ਹੈ, 21 ਕੁੱਲੀ ਜਗਤ ਤਰਾਇਆ। ਜਿੱਥੇ ਉਹਦਾ ਆਪਣਾ ਭਲਾ ਹੋਣਾ ਹੈ। ਮੰਨੇ ਪਾਵੇ ਮੰਨੇ ਪਰਵਾਰੇ ਸਾਧਾਰ। ਪਰ ਜਦੋਂ ਅਸੀਂ ਵੇਖਦੇ ਹਾਂ ਗੁਰੂ ਅਰਜਨ ਦੇਵ ਜੀ ਦਾ ਪਰਿਵਾਰ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਦੀ ਵਿਰੋਧਤਾ ਕਰਦਾ ਰਿਹਾ। ਇੱਕ ਪਾਸੇ ਅਸੀਂ ਕਹਿੰਦੇ ਕਿ ਉਹਦਾ ਪਰਿਵਾਰ ਵੀ ਸੁਧਰ ਜਾਂਦਾ ਹੈ, ਸੁਧਾਰ ਹੋ ਜਾਂਦਾ ਹੈ, ਅਤੇ ਗੁਰੂ ਅਰਜਨ ਦੇਵ ਦਾ ਭਰਾ ਪ੍ਰਿਥੀ ਚੰਦ ਉਹ ਗੁਰੂ ਅਰਜਨ ਦੇਵ ਦੀ ਬੜੀ ਵੱਡੀ ਵਿਰੋਧਤਾ ਕਰਦਾ ਰਿਹਾ। ਹਾਂਜੀ, ਅਤੇ ਕਬੀਰ ਸਾਹਿਬ ਵਰਗੇ ਜਿਹੜੇ ਨਾਮ ਦੀ ਇੰਨੀ ਮਹਿਮਾ ਦੱਸਣ ਦੇ ਨੇ ਕਿ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਤਾਂ ਗ੍ਰਾਮ ਪਿੰਡ ਹੀ ਪਵਿੱਤਰ ਹੋ ਜਾਂਦਾ ਜਿੱਥੇ ਰਾਮ ਰਾਮ ਜਪਿਆ ਜਾਂਦਾ ਹੈ। ਅਤੇ ਕਬੀਰ ਦਾ ਆਪਣਾ ਪਰਿਵਾਰ ਹੀ ਕਬੀਰ ਦੀ ਵਿਰੋਧਤਾ ਕਰਦਾ। ਕਬੀਰ ਦਾ ਸਮੁੱਚਾ ਪਰਿਵਾਰ ਹੀ ਕਬੀਰ ਦੀ ਵਿਰੋਧਤਾ ਕਰਦਾ ਰਿਹਾ। ਔਰ ਹੋਰ ਵੀ ਬੜੇ ਬੜੇ ਮਹਾਂਪੁਰਖ ਜਿਹੜੇ ਸਾਡੀ ਕੌਮ 'ਚ ਹੋਏ ਨੇ, ਘਰਦਿਆਂ ਨੇ ਕੋਈ ਮਾਣ ਸਨਮਾਨ ਕੋਈ ਨਹੀਂ ਉਹਨਾਂ ਦਾ ਕੀਤਾ। ਨਿਰਾਦਰ ਤਾਂ ਕੀਤਾ ਹੋਊਗਾ, ਆਦਰ ਮਾਣ ਨਹੀਂ ਕਿਸੇ ਪਰਿਵਾਰ ਨੇ ਦਿੱਤਾ, ਅਤੇ ਨਾ ਹੀ ਉਹਨਾਂ ਦੇ ਪਰਿਵਾਰ 'ਚ ਕੋਈ ਸੁਧਾਰ ਹੋਇਆ। ਇਹ ਵੀ ਗੱਲ ਨਾਲ ਹੈ। ਬਾਣੀ ਕਹਿੰਦੇ ਮੰਨੇ ਪਰਿਵਾਰੇ ਸਾਧਾਰ। ਪਰਿਵਾਰ ਦਾ ਵੀ ਸੁਧਾਰ ਹੁੰਦਾ ਹੈ, ਜਦ ਕਿ ਅਸੀਂ ਵੇਖਦੇ ਸੁਧਾਰ ਹੋਇਆ ਹੀ ਨਹੀਂ ਹੈ। ਕਬੀਰ ਦੇ ਟੱਬਰ ਦਾ ਨਹੀਂ ਸੁਧਾਰ ਹੋਇਆ। ਗੁਰੂ ਅਰਜਨ ਦੇਵ ਦਾ ਪਰਿਵਾਰ ਗੁਰੂ ਅਰਜਨ ਦੇਵ ਦੀ ਵਿਰੋਧਤਾ ਕਰਦਾ ਰਿਹਾ। ਅਸਲ ਦੇ ਵਿੱਚ ਜਿਹੜਾ ਮਨੁੱਖ ਦਾ ਅਸਲੀ ਪਰਿਵਾਰ ਵਾ ਨਾ, ਇਹ ਮਨੁੱਖ ਦੇ ਕਰਮ ਇੰਦਰੀਆਂ ਗਿਆਨ ਇੰਦਰੀਆਂ, ਇਹ ਮਨੁੱਖ ਦਾ ਆਪਣਾ ਪਰਿਵਾਰ ਵਾ। ਜਿੱਦਾਂ ਸਾਡੇ 2 ਨੇਤਰ ਨੇ, 2 ਕੰਨ ਨੇ, ਜ਼ੁਬਾਨ ਆ, ਨੱਕ ਵਾ, 9 ਇੰਦਰੀਆਂ ਜਿਹੜੀਆਂ ਸਾਡੀਆਂ,
ਇਹ ਬੰਦੇ ਦਾ ਆਪਣਾ ਪਰਿਵਾਰ ਵਾ ਹੈ। ਕਬੀਰ ਸਾਹਿਬ ਸਭ ਪਰਿਵਾਰ ਚੜ੍ਹਾਇਆ ਬੇੜੇ। ਹੁਣ ਘਰ ਦੇ ਤਾਂ ਗਾਲਾਂ ਕੱਢਣ ਦਾ ਕਬੀਰ ਸਾਹਿਬ ਨੂੰ। ਕਬੀਰ ਸਾਹਿਬ ਕਹਿੰਦੇ ਮੈਂ ਸਾਰਾ ਪਰਿਵਾਰ ਹੀ ਰੱਬ ਦੇ ਨਾਮ 'ਤੇ ਚੜ੍ਹਾਇਆ ਹੋਇਆ। ਉਹ ਤਾਂ ਉਹਨੂੰ ਰਾਮ ਰਾਮ ਕਹਿਣ 'ਤੇ ਹੀ ਰੋਕ ਲਾਉਣ ਦਾ ਆ ਵੀ ਹਮਾਰੇ ਕਲ ਕੌਨੇ ਰਾਮ ਕਿਉ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਇਓ। ਹਾਂਜੀ, ਇਹ ਕਿਹੜਾ ਪਰਿਵਾਰ ਵਾ? ਇਹ ਬੰਦੇ ਦਾ ਆਪਣਾ ਪਰਿਵਾਰ ਇਹਨੂੰ ਬੜਾ ਤੰਗ ਕਰਦਾ। ਅੱਖਾਂ ਇਹਨੂੰ ਬੜੀਆਂ ਤੰਗ ਕਰਦੀਆਂ। ਮਨ ਸਭ ਤੋਂ ਭੈੜਾ ਇਹਦਾ ਯਾਰ ਬਣਿਆ, ਇਹਦਾ ਮਨ ਵਾ। ਕਹਿੰਦੇ ਇੱਕ ਬਾਹਰੀ ਸੰਸਾਰ ਵਾ, ਇੱਕ ਅੰਦਰੂਨੀ ਸੰਸਾਰ ਵਾ। ਇੱਕ ਮਨ ਦਾ ਆਪਣਾ ਸੰਸਾਰ ਵਾ, ਇਸੇ ਤਰ੍ਹਾਂ ਇੱਕ ਬਾਹਰੀ ਪਰਿਵਾਰ ਵਾ, ਇੱਕ ਅੰਦਰ ਸਾਡੇ ਪਰਿਵਾਰ ਵਾ, ਇੱਕ ਸਾਡਾ ਆਪਣਾ ਹੀ ਪਰਿਵਾਰ ਵਾ। ਅੱਖਾਂ ਸਾਡਾ ਕਹਿੰਦੇ ਮੇਰਾ ਹੱਥ ਦੁਖਦਾ, ਮੇਰੇ ਪੈਰ ਦੁਖਦਾ, ਮੇਰਾ ਸਿਰ ਦੁਖਦਾ, ਮੇਰੀ ਦਾੜ ਦੁਖਦੀ, ਇਹ ਬੰਦੇ ਦਾ ਆਪਣਾ ਹੀ ਪਰਿਵਾਰ ਵਾ। ਇਹੋ ਹੀ ਨੂੰ ਤੰਗ ਕਰਦਾ ਹੈ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਕੋਹੈ ਲੜਕਾ ਵੇਚਾਹੀ ਲੜਕੀ ਵੇਚੇ ਕੋਏ, ਸਾਂਝਾ ਕਰਿਓ ਕਬੀਰ ਸਿਉ ਹਰ ਸੰਗ ਬਣਜ ਕਰੇ। ਕੋਹੈ ਲੜਕਾ, ਹੰਕਾਰ, ਮਾਨ, ਕ੍ਰੋਧ, ਲੋਭ, ਇਹ ਲੜਕਾ ਵਾ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਸਾਰਾ ਪਰਿਵਾਰ ਹੀ ਮਰ ਗਿਆ। ਕਬੀਰ ਏਕ ਮਰਨ ਤੇ ਦੋਏ ਮੁਏ, ਦੋ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੁਏ, ਚਾਰ ਪੁਰਖ ਦੋਏ ਨਾਰ। ਇੱਕ ਮਨ ਮਰਿਆ, ਕਬੀਰ ਏਕ ਮਰਨ ਤੇ ਦੋ ਮੁਏ। ਮਨ ਮਰ ਗਿਆ, ਨਾਲ ਹੀ ਹੰਕਾਰ, ਮੈਂ ਮਰ ਗਿਆ, ਹੰਕਾਰ ਮਰ ਗਿਆ, ਦੋ ਮਰੇ। ਦੋਏ ਮਰਨ ਤੇ ਚਾਰ, ਇੱਕ ਜਾਤ ਮਰ ਗਈ। ਹੁਣ ਇੱਕ ਮਨ ਮਰਿਆ, ਦੂਸਰਾ ਹੰਕਾਰ ਮਰ ਗਿਆ, ਤੀਸਰੀ ਜਾਤ ਮਰ ਗਈ, ਚੌਥਾ ਆਪਣਾ ਲੋਭ ਮਰ ਗਿਆ, ਚਾਰ ਮਰ ਗਏ। ਏਕ ਮਰਨ ਤੇ ਦੋ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਏ। ਉਹ ਚਾਰ ਮਰੇ ਤੇ ਦੋ ਨਾਲ ਹੋਰ ਮਰ ਗਏ, ਛੇ ਹੋ ਗਏ। ਚਾਰ ਪੁਰਖ, ਇਹ ਲੋਭ, ਮਨ, ਹੰਕਾਰ, ਜਾਤ, ਇਹ ਪੁਰਖ ਨੇ, ਪੁਰਖਵਾਚਕ ਨੇ। ਤ੍ਰਿਸ਼ਨਾ ਤੇ ਆਸਾ, ਇਹ ਨਾਰ ਨੇ, ਇਸਤਰੀ ਲਿੰਗ ਨੇ। ਚਾਰ ਪੁਰਖ, ਦੋਏ ਨਾਰ। ਤੇ ਕਬੀਰ ਸਾਹਿਬ ਕਹਿੰਦੇ ਕੋਹੈ ਲੜਕਾ ਵੇਚਾਈ, ਕੋਹੈ ਲੜਕਾ ਵੇਚਈ ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ। ਸਾਡੇ ਨਾਲ ਕੋਈ ਸਾਂਝ ਪਿਆਲੀ ਪਾਉਣਾ ਪਾਉਂਦਾ ਤੇ ਪਹਿਲੋਂ ਇਹ ਹੰਕਾਰ ਨੂੰ ਵੇਚੇ, ਇਹ ਤ੍ਰਿਸ਼ਨਾ ਰੂਪੀ ਲੜਕੀ ਨੂੰ ਵੇਚੇ, ਤਾਂ ਸਾਡੇ ਨਾਲ ਕੋਈ ਸਾਂਝ ਪੈਣੀ ਆ। ਉਹ ਲੋਭੀ ਬੰਦਿਆਂ ਦੀ ਸਾਧੂਆਂ ਨਾਲ ਸਾਂਝ ਕਿਵੇਂ ਪੈ ਸਕਦੀ ਆ? ਤ੍ਰਿਸ਼ਨਾਗ੍ਰਸਤ ਵਿਅਕਤੀ ਸਾਧੂ ਨਾਲ ਕਿਵੇਂ ਮਿੱਤਰਤਾ ਹੀ ਪਾ ਸਕਦਾ ਹੈ? ਤੇ ਕਬੀਰ ਸਾਹਿਬ ਕਹਿੰਦੇ ਜਿਹਨੇ ਪਾਉਣੀ ਆ ਉਹ ਇਹਨਾਂ ਚੀਜ਼ਾਂ ਨੂੰ ਵੇਚੋ। ਇਸ ਕਰਕੇ ਇੱਕ ਤੇ ਸਾਡਾ ਪਰਿਵਾਰ ਜਿਹੜਾ ਧੀਆਂ ਪੁੱਤ ਭੈਣ ਭਰਾ ਇਹ ਹੁੰਦੇ ਨੇ। ਇੱਕ ਬੰਦੇ ਦਾ ਸਰੀਰ ਜਿਹੜਾ, ਇਹਦੇ ਵਿੱਚ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ, ਇਹ ਵੀ ਪਰਿਵਾਰ ਵਾ। ਜਿੱਦਾਂ ਕਬੀਰ ਸਾਹਿਬ, ਕਬੀਰ ਮੋਹਿ ਮਿਲਿਓ ਪ੍ਰਭ ਆਪਣਾ, ਮੈਨੂੰ ਉਹ ਆਪਣਾ ਮਿਲ ਗਿਆ ਹੈ ਤੇ ਆਪਣਾ ਸੀ ਪਰ ਮਿਲਦਾ ਨਹੀਂ ਸੀ, ਹੁਣ ਮਿਲ ਗਿਆ। ਕਿਸ ਤਰ੍ਹਾਂ ਮਿਲਿਆ ਤੁਹਾਨੂੰ? ਕਬੀਰ ਮੋਹਿ ਮਿਲਿਓ ਪ੍ਰਭ ਆਪਣਾ, ਸੰਗੀ ਭਜੇ ਗੋਬਿੰਦ। ਸੰਗੀ, ਪਰਿਵਾਰ ਵਾਲੇ ਸੰਗੀ। ਹੁਣ ਨੇਤਰ ਵੀ ਚਾਹੁੰਦੇ ਨੇ ਰੱਬੀ ਸਿਫਤ ਸਲਾਹ ਮੈਨੂੰ ਦਿਓ, ਮਾਫ ਕਰਨ ਵੀ ਚਾਹੁੰਦੇ ਨੇ ਕਿ ਰੱਬੀ ਨਾਮ ਮੇਰੇ ਕੰਨਾਂ 'ਚ ਪਵੇ। ਨੇਤਰ ਵੀ ਚਾਹੁੰਦੇ ਨੇ ਕਿ ਜੋਤ ਦਾ ਦਰਸ਼ਨ ਹੋਵੇ। ਸਮਦ੍ਰਿਸ਼ਟੀ ਚਾਹੁੰਦੇ ਨੇ, ਇਹ ਵੀ ਵੈਰ ਭਾਵ ਮਿਟਾ ਕੇ ਸਮਦ੍ਰਿਸ਼ਟੀ ਚਾਹੁੰਦੇ ਨੇ, ਸੰਗੀ ਨੇ।
ਸੰਗੀ ਭਜੇ ਗੋਬਿੰਦ। ਹੁਣ ਸਾਰੇ ਭੱਜ ਰਹੇ ਨੇ। ਹੁਣ ਜ਼ੁਬਾਨ ਵੀ ਰੱਬੀ ਰਸ ਨੂੰ ਆਣਦੀ ਹੈ, ਕੰਨ ਵੀ ਰੱਬੀ ਗੀਤ ਸੁਣਦੇ ਨੇ। ਤੇ ਇਹ ਨੇਤਰੋ ਮੇਰੇ ਹਰ ਤੁਮੇ ਜੋਰ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਵੀ ਹੁਣ ਇਹ ਅਵਸਥਾ ਦੇ ਧਾਰਨੀ ਹੋ ਗਏ ਨੇ, ਇਹ ਸੰਗੀ ਨੇ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ 10 ਨਾਰੀ ਮੈਂ ਕਰੀ ਬਖਾਗਣ ਦੁਹਾਗਣ। ਗੁਰੂ ਅਰਜਨ ਦੇਵ ਜੀ ਤਾਂ ਹੁਣ ਧਰਮ ਪਤਨੀ ਤਾਂ ਇੱਕੋ ਹੀ ਸੀ। ਤੇ ਗੁਰੂ ਅਰਜਨ ਸਾਹਿਬ ਜੀ ਪ੍ਰਭਾਤੀ ਰਾਜ ਕਹਿੰਦੇ ਨੇ ਮੈਂ 10 ਨਾਰੀਆਂ ਨੂੰ ਦੁਹਾਗਣ ਕਰ ਛੱਡਿਆ ਏ। ਹੁਣ 10 ਨਾਰੀਆਂ ਥੋੜ੍ਹੀਆਂ ਸਨ ਗੁਰੂ ਅਰਜਨ ਦੇਵ ਜੀ ਦੀ, ਇੱਕੋ ਨਾਰੀ ਸੀ ਉਹਨਾਂ ਦੀ ਧਰਮ ਪਤਨੀ ਮਾਤਾ ਗੰਗਾ ਜੀ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ 10 ਨਾਰੀ ਮੈਂ ਕਰੀ ਦੁਹਾਗਣ। ਇਹ 10 ਨਾਰੀਆਂ ਕਿਹੜੀਆਂ ਨੇ? ਇਹ ਸਾਡੇ ਸਰੀਰ ਨੂੰ ਜਿਹੜੀਆਂ ਲੱਗੀਆਂ ਹੋਈਆਂ ਇੰਦਰੀਆਂ ਨੇ, ਇਹਨਾਂ ਨੂੰ ਨਾਰੀਆਂ ਮੰਨਿਆ ਜਾਂਦਾ ਹੈ। ਇਹ ਮੈਂ ਦੁਹਾਗਣ ਕਰ ਛੱਡੀਆਂ ਨੇ। ਹੁਣ ਜ਼ੁਬਾਨ ਕੋਈ ਰਸ ਨਹੀਂ ਮਾਣਦੀ ਦੁਨੀਆ ਦਾ, ਕੰਨ ਕੋਈ ਗੀਤ ਟੱਪਾ ਨਹੀਂ ਸੁਣਦੇ, ਹੁਣ ਦੁਹਾਗਣਾ ਹੋ ਚੁੱਕੀਆਂ ਨੇ। 10 ਨਾਰੀ ਮੈਂ ਕਰੀ ਦੁਹਾਗਣ ਕਿਉਂ? ਗੁਰ ਕਹਿਆ ਏ ਰਸੇ ਬਿਖਾਗਣ। ਗੁਰੂ ਨੇ ਮੈਨੂੰ ਮੱਤ ਦਿੱਤੀ ਆ ਵੀ ਇਹ ਜ਼ਹਿਰ ਨਾਲ ਭਰੀਆਂ ਚੀਜ਼ਾਂ ਨੇ, ਇਹ ਮੈਂ ਤਾਂ ਦੁਹਾਗਣ ਕਰ ਛੱਡੀਆਂ। ਇਹ ਜ਼ਹਿਰ ਵਾ, ਇਹ ਜਿਹੜੀ ਸਾਡੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ, ਇਹਨਾਂ ਵਿੱਚ ਜ਼ਹਿਰ ਭਰੀ ਹੋਈ ਸੀ ਅਤੇ ਜ਼ਹਿਰ ਮੈਨੂੰ ਚੰਗੀ ਨਹੀਂ ਸੀ ਲੱਗਦੀ, ਇਸ ਕਰਕੇ ਮੈਂ ਇਹਨਾਂ ਨੂੰ ਦੁਹਾਗਣ ਕਰ ਛੱਡਿਆ। 10 ਨਾਰੀ ਮੈਂ ਕਰੀ ਦੁਹਾਗਣ, ਗੁਰ ਕਹਿਆ ਇਹ ਰਸੇ ਬਖਾਗਣ। ਇਹ ਜ਼ਹਿਰ ਵਾ, ਕੰਨਾਂ ਰਾਹੀਂ ਜ਼ਹਿਰ ਜਾਂਦੀ, ਅੱਖਾਂ ਰਾਹੀਂ ਜ਼ਹਿਰ ਜਾਂਦੀ ਸਾਡੇ ਅੰਦਰ, ਮੂੰਹ ਰਾਹੀਂ ਬੰਦੇ ਜ਼ਹਿਰ ਪੀਂਦੇ ਨੇ, ਧੂੰਆਂ ਪੀਂਦੇ ਨੇ, ਨਸ਼ੇ ਪੀਂਦੇ ਨੇ। ਇਹ ਜ਼ਹਿਰ ਵਾ। ਗੁਰ ਕਹਿਆ, ਜਦੋਂ ਗੁਰੂ ਨੇ ਕਹਿ ਦਿੱਤਾ ਇਹ ਰਸੇ ਬਖਾਗਣ, ਇਹ ਵਿਖੇ ਰਸ ਵਾ। ਅੱਜ ਵੀ ਸ੍ਰੀ ਦਰਬਾਰ ਸਾਹਿਬ ਬਿਲਾਵਲ ਰਾਗ ਦਾ ਸ਼ਬਦ ਲਾਇਆ ਸੀ ਕਿ ਵਿਖੇ ਬਨ ਫੀਕਾ ਤਿਆਗ ਰੀ ਸਖੀਏ। ਹੁਣ ਪੱਕੇ ਰਾਗਾਂ 'ਚੋਂ ਲੈ ਕੇ ਸਰੰਦਾ ਜਾਂ ਪਤਾ ਨਹੀਂ ਕੀ ਵਜਾਉਣ ਦੇ, ਹਾਰਮੋਨੀਅਮ ਦੀ ਥਾਂ 'ਤੇ ਹੋਰ ਕੋਈ ਬੈਠਾ ਸੀ ਰਾਗੀ ਲੈ ਕੇ। ਉਹ ਪੱਕੇ ਰਾਗਾਂ 'ਚ ਕੀਰਤਨ ਕਰਨਾ। ਪੱਕੇ ਰਾਗਾਂ ਦਾ ਲੋਕਾਂ ਨੂੰ ਕੀਰਤਨ ਪਸੰਦ ਨਹੀਂ ਹੈ। ਅੱਜ ਤੋਂ 50 ਸਾਲ ਪਹਿਲਾਂ, 35 40 50 ਸਾਲ ਪਹਿਲਾਂ, ਜਦੋਂ ਕੋਈ ਧਰਤੀ 'ਤੇ ਰਾਗੀ ਹੁੰਦਾ ਸੀ ਅਤੇ ਉਹ ਰਾਗ ਰਾਹੀਂ ਕਰਦਾ ਸੀ ਅਤੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਬੋਲਣ ਦਿਆ ਹੈ। ਜਿੱਦਾਂ ਉਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਉਂਦਾ ਜਲੰਧਰੋਂ, ਉਹ ਨਹੀਂ ਪੜ੍ਹਦੇ ਜਿੱਦਾਂ ਸੁਨ ਵਡ ਭਾਗਿਆ ਹਾਰ ਅੰਮ੍ਰਿਤ, ਇੱਦਾਂ ਪੜ੍ਹਦੇ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਕੀ ਪੜ੍ਹਦੇ। ਹੁਣ ਪਤਾ ਲੱਗਦਾ ਰਾਗੀ ਕੀ ਪੜ੍ਹਦੇ ਆ। ਉਹ 'ਚ ਕਹਿੰਦਾ ਸੀ ਵਿਖੇ ਬਨ ਫੀਕਾ ਤਿਆਗ ਰੀ ਸਖੀਏ। ਮਨੁੱਖ ਦਾ ਸੁਭਾਅ ਬਣ ਚੁੱਕਿਆ ਜ਼ਹਿਰ ਨੂੰ ਪੀਣਾ। ਅੱਖੀਓ ਤੱਕਣਾ ਬਾਣ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਨਾ, ਇਹਦਾ ਸੁਭਾਅ ਹੈ। ਪਰ ਜ਼ਹਿਰ ਪੀਂਦੀਆਂ ਨੇ ਤੱਕ ਕੇ, ਕੰਨ ਵੀ ਜ਼ਹਿਰ ਪੀਂਦੇ ਨੇ ਅਤੇ ਜ਼ਹਿਰ ਪੀਣਾ ਮਨੁੱਖੀ ਮਨ ਦਾ ਸੁਭਾਅ ਹੋ ਚੁੱਕਾ ਹੈ। ਤਿਆਗਰੀ ਸਖੀਏ ਮਾਂ ਨਾਮ ਮਹਾਰਸ ਪੀਓ। ਹੁਣ ਗੁਰੂ ਨੇ ਕਿਹਾ ਗੁਰ ਕਹਿਆ ਇਹ ਰਸੇ ਬਖਾਗਣ। ਗੁਰੂ ਸਾਹਿਬ ਨੇ ਸਮਝਾਇਆ ਵੀ ਇਹ ਜ਼ਹਿਰ ਵਾ, ਨਾ ਪੀ ਤੂੰ। ਇਸ ਕਰਕੇ ਮੈਂ 10 ਨਾਰੀ ਮੈਂ ਕਰੀ ਦੁਹਾਗਣ। ਗੁਰ ਕਹਿਆ ਇਹ ਵਿਖੇ ਇਹ ਗੁਰ ਕਹਿਆ ਇਹ ਵਿਖੇ ਗੁਰ ਕਹਿਆ ਰਸੇ ਬਿਖਾਗਣ। ਅਤੇ ਬਹੁਤੀ ਦੁਨੀਆ 'ਚ ਜ਼ਹਿਰ ਪੀ ਰਹੀ, ਅਤੇ ਉਹਦੇ ਬਾਰੇ ਅਗਲੀ ਤੁਕ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਲਿਖਿਆ ਕਿ ਇਨ ਸੰਬੰਧੀ ਰਸਾਤਲ ਜਾਏ।
ਜ਼ਹਿਰ ਪੀਣ ਵਾਲੇ ਫਿਰ ਨਰਕਾਂ ਨੂੰ ਜਾਂਦੇ ਨੇ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਮੈਂ ਆਪਣੀ ਅੱਖਾਂ ਨਾਲ ਵੇਖਿਆ ਸਾਕਤ ਨੂੰ, ਉਹਨੂੰ ਅੰਮ੍ਰਿਤ ਕੌੜਾ ਬੜਾ ਲੱਗਦਾ ਹੈ, ਵਿਖਿਆ ਮੀਠੀ ਹੈ। ਸਾਹਿਬ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਨੇ, ਇਨ ਸਰਬੰਧੀ ਰਸਾਤ ਲਜਾਏ, ਜ਼ਹਿਰ ਨਾਲ ਸੰਬੰਧ ਰੱਖਣ ਵਾਲੇ, ਇਹ 10 ਨਾਰੀਆਂ ਨਾਲ ਸੰਬੰਧ ਰੱਖਣ ਵਾਲੇ, ਇਹ ਫਿਰ ਨਰਕਾਂ ਨੂੰ ਜਾਣਗੇ। ਹਮ ਗੁਰ ਰਾਖ ਲੀਏ ਲਿਵ ਲਾਏ, ਮੇਰੇ 'ਤੇ ਮੇਰੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਇਹਨਾਂ 10 ਨਾਰੀਆਂ ਤੋਂ ਬਚਾ ਲਿਆ। ਇਸ ਕਰਕੇ ਇੱਕ ਤਾਂ ਉਹ ਪਰਿਵਾਰ ਸਾਡਾ, ਅਤੇ ਇੱਕ ਸਾਡਾ ਆਪਣਾ ਹੀ ਪਰਿਵਾਰ ਵਾ। ਇਹ ਬੜਾ ਵਿਗੜਿਆ ਹੋਇਆ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਵਾ ਨਾ। ਅੱਖਾਂ ਕਿੰਨੀਆਂ ਵਿਗੜੀਆਂ ਹੋਈਆਂ ਨੇ, ਕਿਉਂ ਵਿਗੜੀਆਂ ਹੋਈਆਂ ਨੇ? ਅੰਦਰ ਬੈਠਾ ਮਨ ਵਿਗੜਿਆ ਹੋਇਆ ਵਾ। ਜੇਬਾ ਕਿੰਨੀ ਵਿਗੜੀ ਹੋਈ ਹੈ, ਕਿੰਨੇ ਕੁਰਖਤ ਕੌੜੇ ਬੋਲਦੀ ਹੈ। ਇਹ ਦਿਹਾੜੀ ਦੇ ਪਤਾ ਨਹੀਂ ਕਿੰਨੇ ਖੱਟੇ ਮਿੱਠੇ ਸਵਾਦ ਵੀ ਬਣਦੀ। ਇਹ ਬੜਾ ਵਿਗੜਿਆ ਹੋਇਆ ਪਰਿਵਾਰ ਵਾ। ਇਹਨੂੰ ਸੁਧਾਰਨਾ ਹਾਰੀ ਸਾਰੀ ਦਾ ਕੰਮ ਨਹੀਂ ਹੈ। ਇਹ ਤਾਂ ਬਾਬੇ ਫਰੀਦ ਸਾਹਿਬ ਨੂੰ ਪੁੱਛੋ। ਕਬੀਰੇ ਤਨ ਭੌਂਕਣਾ ਕੰਨੀ, ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਕੰਨੀ ਬੁੱਝੇ ਦੇ ਰਹਾ, ਮੈਂ ਬੰਦ ਕਰ ਲਏ ਕੰਨ। ਮੈਂ ਨਹੀਂ ਇਹ ਵਿਗੜਿਆ ਹੋਇਆਂ ਦੀ ਗੱਲ ਮੈਂ ਨਹੀਂ ਸੁਣਦਾ। ਪਰ ਸਾਡੀ ਤਾਂ ਹਿੰਮਤ ਨਹੀਂ ਇਹਨੇ ਵਿਗੜਿਆ ਹੋਇਆਂ ਦੇ ਨਾਲ ਨਜਿੱਠਣ ਦੀ, ਅਤੇ ਅਸੀਂ ਵਿਗੜਿਆ ਹੋਇਆਂ ਦੇ ਨਾਲ ਸਹਿਮਤ ਹੋਏ ਫਿਰਦੇ ਹਾਂ। ਜਦੋਂ ਆਪਣੇ ਪੁੱਤ ਸੀ ਉਹਨੂੰ ਅਸੀਂ ਹੱਥਾਂ 'ਤੇ ਚੁੱਕਦੇ ਹਾਂ, ਹੁਣ ਪੋਤਿਆਂ ਨੇ ਮੋਢਿਆਂ 'ਤੇ ਰੱਖ ਲਿਆ। ਮੋਹ ਵੇਖੋ ਕਿੱਥੋਂ ਤੱਕ ਲੈ ਗਿਆ ਸਾਨੂੰ। ਇਹ ਵਿਗੜਿਆ ਹੋਇਆ ਕੰਮ ਹੈ, ਬਹੁਤ ਵਿਗੜਿਆ ਹੋਇਆ ਕੰਮ ਹੈ। ਮੋਹ ਵੱਧ ਗਿਆ ਬੁੱਢੇ ਬਾਰੇ, ਲੋਭ ਵੱਧ ਗਿਆ ਬੁੱਢੇ ਬਾਰੇ, ਜ਼ਹਿਰ ਵੱਧ ਗਿਆ। ਕੌਣ ਸੁਧਾਰੇਗਾ ਹੁਣ ਇਸ ਨੂੰ? ਕਬੀਰ ਕੋ ਹੈ ਲੜਕਾ ਵੇਚੇ, ਲੜਕੀ ਵੇਚੇ ਕੋਏ। ਸਾਂਝਾ ਕਰੇ ਕਬੀਰ ਸੀ, ਹਰ ਸੰਗ ਬਣਜ ਕਰੇ। ਇਸ ਕਰਕੇ ਉਹ ਪਰਿਵਾਰ ਤਾਂ ਠੀਕ ਆ, ਪਰ ਜਿਹੜਾ ਆਪਣਾ ਨਿੱਜੀ ਪਰਿਵਾਰ ਵਾ, ਆਪਣੇ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਇਹ ਬਹੁਤ ਵਿਗੜਿਆ ਹੋਇਆ ਪਰਿਵਾਰ ਵਾ। ਇਹ ਕੋਈ ਵਿਰਲਾ ਹੀ ਸੁਧਾਰ ਸਕਦਾ ਹੈ। ਅਤੇ ਸਾਹਿਬ ਕਹਿੰਦੇ ਮੰਨੇ ਪਰਿਵਾਰੇ ਸੁਧਾਰ। ਕਹਿੰਦੇ ਵਿਗੜਿਆ ਹੋਇਆ ਮਨ ਨਾ ਵਿਗੜੇ ਆਪ ਵਿਗਾੜੇ ਲੋਈ। ਜਦੋਂ ਮਨ ਵਿਗੜ ਗਿਆ ਉਹਨੇ ਸਾਰਿਆਂ ਨੂੰ ਵਿਗਾੜ ਦੇਣਾ ਹੈ। ਉਹਨੇ ਕੰਨਾਂ ਨੂੰ ਵੀ ਵਿਗਾੜ ਦੇਣਾ ਹੈ, ਉਹਨੇ ਨੇਤਰਾਂ ਨੂੰ ਵੀ ਵਿਗਾੜ ਦੇਣਾ, ਉਹਨੇ ਰਸਨਾ ਨੂੰ ਵੀ ਵਿਗਾੜ ਦੇਣਾ, ਉਹਨੇ ਇੰਦਰੀ ਨੂੰ ਵੀ ਵਿਗਾੜ ਦੇਣਾ, ਸਾਰੇ ਨੂੰ ਵਿਗਾੜ ਦੇਣਾ। ਉਹਨੇ ਤਾਂ ਆਪ ਜੋ ਵਿਗੜ ਗਿਆ। ਉਹ ਕਹਾਣੀ ਹੈ ਨਾ ਵੀ ਜੇ ਇੱਕ ਮੱਝ ਲਿਬੜੀ ਹੋਏ ਤਾਂ ਸਾਰਿਆਂ ਨੂੰ ਵੇੜ ਦਿੰਦੀ ਹੈ। ਸਾਹਿਬ ਕਹਿੰਦੇ ਵਿਗੜੇ ਆਪ ਵਿਗਾੜੇ ਲੋਈ। ਲੋਈ ਮਾਨੇ ਸਾਰਾ ਸੰਸਾਰ। ਇਸ ਤਰ੍ਹਾਂ ਬਚਨ ਆਉਂਦਾ ਕਿ ਹੈ ਨੇ ਵਿਰਲੇ ਨਾ ਹੀ ਘਣੇ, ਧਰਮ ਕਮਾਉਣ ਵਾਲੇ ਸਾਧੂ ਮਹਾਤਮਾ ਧਰਤੀ ਦੇ ਬਹੁਤ ਘੱਟ ਨੇ। ਅਤੇ ਬਾਕੀ ਦੂਸਰੇ ਪਾਸੇ ਫੈਲ ਫੱਕੜ ਸੰਸਾਰ। ਫੈਲ ਸੰਸਾਰ 'ਤੇ ਕੀ ਫੈਲ ਰਿਹਾ ਹੈ, ਕੀ ਖਲਾਰਾ ਖਿਲ ਰਿਹਾ ਸੰਸਾਰ ਉੱਤੇ। ਫੱਕੜ ਝੂਠ ਹੀ ਝੂਠ, ਝੂਠ ਹੀ ਝੂਠ, ਗੰਦ ਹੀ ਗੰਦ, ਮੈਲ ਹੀ ਮੈਲ ਫੈਲੀ ਹੋਈ ਸੰਸਾਰ ਉੱਤੇ। ਹੈ ਨੇ ਵਿਰਲੇ, ਹਾਂ ਠੀਕ ਹੈ। ਇਸ ਫੈਲ ਫੱਕੜ ਸੰਸਾਰ ਵਿੱਚ, ਗੰਦ ਵਿੱਚ, ਜਿੱਥੇ ਫੈਲ ਮੈਨੇ ਫੈਲਣਾ, ਫੱਕੜ ਮੈਨੇ ਝੂਠ, ਗੰਦ ਸੰਸਾਰ ਵਿੱਚ ਫੈਲਿਆ ਹੋਇਆ ਵਾ, ਉੱਥੇ ਹੈ ਨੇ ਵਿਰਲੇ ਨਾ ਹੀ ਘਣੇ। ਕੋਈ ਹੈਗਾ ਵਾ। ਉਹ ਕੌਣ ਵਾ? ਮੰਨੇ ਪਰਿਵਾਰੇ ਸਾਧਾਰ। ਜਿਹਦਾ ਮਨ ਮੰਨ ਗਿਆ, ਉਹਦਾ ਇਹ ਅੱਖਾਂ, ਨੇਤਰ, ਸਰੋਤਰ, ਜੇਬਾ ਸੱਚ ਰਾਤੇ, ਸੱਚ ਨਾਲ ਲੀਨ ਹੋ ਗਏ, ਅਤੇ ਮਾਨੋ ਇਹ ਸਾਰਾ ਹੀ ਉਹਦਾ ਪਰਿਵਾਰ ਜਿਹੜਾ ਨਾ ਉਹ ਸੁਧਰ ਗਿਆ। ਬਾਹਰ ਵੀ ਠੀਕ ਆ, ਪਰ ਅਸਲੀ ਇਹ ਆਪਣੇ ਪਰਿਵਾਰ 'ਤੇ ਬਹੁਤਾ ਗਿਆਨੀ ਲਾਉਂਦੇ ਨੇ। ਠੀਕ ਹੈ, ਮੰਨੇ ਪਰਿਵਾਰੇ ਸਾਧਾਰ। ਅਗਲੀ ਤੁਕ ਦਾ ਫਿਰ ਆਪਾਂ ਆਉਣ ਵਾਲੇ ਸਮੇਂ 'ਚ ਵਿਚਾਰ ਕਰਾਂਗੇ।